ਵਾਹਿਗੁਰੂ ਪਰਮਾਤਮਾ ਇੱਕ ਹੈ। ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ। ਜਦੋਂ ਉਹ ਪਰਮਾਤਮਾ ਕਿਰਪਾ ਕਰਦਾ ਹੈ ਤਾਂ ਕੋਈ ਵੀ ਧਰਮ ਜਾਤ ਦੇਸ਼ ਵਿਦੇਸ਼ ਕੁਝ ਵੀ ਨਹੀਂ ਦੇਖਦਾ ਤੇ ਇਸੇ ਗੱਲ ਨੂੰ ਅੱਜ ਦੀ ਇਹ ਘਟਨਾ ਨੇ ਸੱਚ ਸਾਬਿਤ ਕਰ ਦਿਖਾਇਆ, ਜੋ ਕਿ ਅੰਬਾਲਾ ਸ਼ਹਿਰ ਦੇ ਵਿੱਚ ਹੋਈ। ਇੱਕ ਅਜਿਹਾ ਇਲਾਹੀ ਚਮਤਕਾਰ ਜਿਸ ਨੇ ਇੱਕ ਮਲਟੀਨੈਸ਼ਨਲ ਕੰਪਨੀ ਨੂੰ ਹਿਲਾ ਕੇ ਰੱਖ ਦਿੱਤਾ। ਗੁਰਮਿੱਤਰ ਸਿੰਘ ਸਲਾਰੀਆ, ਜੋ ਕਿ ਅੰਬਾਲਾ ਦਿੱਲੀ ਹਾਈਵੇ ਦੇ ਉੱਤੇ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਉੱਚੇ ਅਹੁਦੇ ਦੇ ਅਫਸਰ ਹਨ ਅਤੇ ਉਹਨਾਂ ਨੇ ਇਹ ਘਟਨਾ ਸਾਡੇ ਨਾਲ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਇੱਕ ਵਾਰੀ ਰੂਹ ਤੱਕ ਕੰਬ ਜਾਵੇਗੀ। ਉਹਨਾਂ ਕਿਹਾ ਕਿ ਮੈਂ ਜਿਸ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਉਸ ਆਫਿਸ ਦੇ ਵਿੱਚ 150 ਬੰਦਿਆਂ ਦਾ ਸਟਾਫ ਕੰਮ ਕਰਦਾ ਹੈ, ਜੋ ਕਿ ਅੰਬਾਲਾ ਸ਼ਹਿਰ ਤੋਂ ਹੀ ਬੈਠ ਕੇ ਦੇਸ਼ ਵਿਦੇਸ਼ ਦਾ ਸਾਰਾ ਕੰਮ ਸਾਂਭਦਾ ਹੈ। ਉਹ ਸਾਰੇ ਦਫ਼ਤਰ ਦੇ 150 ਬੰਦਿਆਂ ਦੇ ਸਟਾਫ ਦੇ ਵਿੱਚ ਮੈਂ ਇਕੱਲਾ ਇੱਕ ਸਰਦਾਰ ਗੁਰੂ ਦਾ ਸਿੱਖ ਹਾਂ। ਭਾਰਤੀ ਲੋਕਾਂ ਤੋਂ ਇਲਾਵਾ ਉੱਥੇ ਹੋਰਨਾਂ ਦੇਸ਼ਾਂ ਦੇ ਵੀ 10 ਬੰਦੇ ਕੰਮ ਕਰਦੇ ਨੇ ਅਤੇ ਉਹਨਾਂ ਦੇ ਵਿੱਚ ਹੀ ਇੱਕ ਅਫਰੀਕਨ ਮੂਲ ਦੀ ਲੜਕੀ ਵੀ ਕੰਮ ਕਰ ਰਹੀ ਹੈ। ਮੇਰਾ ਅਹੁਦਾ ਉਸ ਕੰਪਨੀ ਦੇ ਵਿੱਚ ਕੁਝ ਵੱਡਾ ਹੈ, ਜਿਸ ਕਾਰਨ ਉਹ ਲੜਕੀ, ਜਿਸ ਦਾ ਨਾਮ ਸਮੋਲੀਆ ਹੈ, ਉਹ ਮੇਰੇ ਕੋਲ ਪੇਪਰ ਸਾਈਨ ਕਰਾਉਣ ਵਾਸਤੇ ਆਇਆ ਕਰਦੀ ਸੀ। ਇੱਕ ਦਿਨ ਸਮੋਲੀਆ ਬਹੁਤ ਪਰੇਸ਼ਾਨ ਮੇਰੇ ਕਮਰੇ ਦੇ ਵਿੱਚ ਆਈ ਅਤੇ ਫਾਈਲ ਦੇ ਉੱਪਰ ਸਾਈਨ ਕਰਵਾਉਣ ਤੋਂ ਬਾਅਦ ਮੇਰੇ ਨਾਲ ਕੁਝ ਉਹ ਗੱਲ ਕਰਨਾ ਚਾਹੁੰਦੀ ਸੀ। ਮੈਨੂੰ ਉਹ ਆਪਣਾ ਭਰਾ ਸਮਝ ਕੇ ਹੀ ਗੱਲ ਕਰਦੀ ਸੀ। ਉਸ ਦਿਨ ਉਹ ਮੈਨੂੰ ਕਹਿਣ ਲੱਗੀ ਕਿ ਔਰਤਾਂ ਦਾ ਰੰਗ ਰੂਪ ਹੀ ਉਹਨਾਂ ਦਾ ਗਹਿਣਾ ਹੁੰਦਾ ਹੈ ਅਤੇ ਕੁਝ ਸਮੇਂ ਤੋਂ ਉਸ ਦੇ ਗਰਦਨ ਤੋਂ ਚਿਹਰੇ ਦੀ ਤਰਫ ਫੁਲਵੈਰੀ ਦਾ ਰੋਗ ਵਧਣ ਲੱਗਿਆ ਹੈ। ਗਰਦਨ ਤੱਕ ਤਾਂ ਠੀਕ ਸੀ, ਪਰ ਇਹ ਰੋਗ ਚਿਹਰੇ ਦੀ ਤਰਫ ਜਾ ਰਿਹਾ ਹੈ ਅਤੇ ਜੇਕਰ ਇਹ ਫੈਲ ਗਿਆ ਤਾਂ ਮੇਰਾ ਚਿਹਰਾ ਹੀ ਖਰਾਬ ਹੋ ਜਾਵੇਗਾ ਤੇ ਉਸ ਦੇ ਨਾਲ ਹੀ ਮੇਰੀ ਜ਼ਿੰਦਗੀ ਵੀ। ਕਾਫੀ ਇਲਾਜ ਕਰਵਾਇਆ ਪਰ ਇਹ ਰੋਗ ਵੱਧਦਾ ਹੀ ਜਾ ਰਿਹਾ ਹੈ। ਇਹ ਰੋਗ ਦੂਰ ਤਾਂ ਕੀ ਹੋਣਾ, ਇਹ ਫੁਲਵੈਰੀ ਹੋਰ ਵਧਣ ਤੋਂ ਰੁਕ ਵੀ ਨਹੀਂ ਰਹੀ। ਜੇਕਰ ਇਹ ਰੋਗ ਇੱਕ ਜਗ੍ਹਾ ਦੇ ਉੱਤੇ ਰੁਕ ਜਾਵੇ ਤਾਂ ਵੀ ਕੁਝ ਠੀਕ ਹੈ। ਮੈਂ ਉਸ ਲੜਕੀ ਦੀ ਸਾਰੀ ਗੱਲ ਸੁਣੀ ਤੇ ਉਸ ਨੂੰ ਕਿਹਾ ਕਿ ਇਹ ਬਿਮਾਰੀ ਤਾਂ ਵੱਡੀ ਹੈ, ਪਰ ਮੈਂ ਅਜਿਹੇ ਕਿਸੇ ਵੀ ਡਾਕਟਰ ਨੂੰ ਨਹੀਂ ਜਾਣਦਾ ਜੋ ਇਸ ਦੀ ਸ਼ਰਤੀਆ ਦਵਾਈ ਦੇ ਸਕੇ। ਜੇਕਰ ਮੈਨੂੰ ਕੁਝ ਪਤਾ ਲੱਗਿਆ ਤਾਂ ਮੈਂ ਤੈਨੂੰ ਜ਼ਰੂਰ ਦੱਸੂਗਾ। ਇਹ ਸੁਣ ਕੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਡਾਕਟਰ ਦੀ ਗੱਲ ਨਹੀਂ ਕਰ ਰਹੀ, ਦਵਾਈਆਂ ਦੇ ਨਾਲ ਤਾਂ ਇਹ ਬਿਮਾਰੀ ਰੁਕ ਨਹੀਂ ਰਹੀ। ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਸੀਂ ਇੱਕ ਸਰਦਾਰ ਹੋ, ਕੀ ਤੁਹਾਡਾ ਗੁਰੂ ਮੈਨੂੰ ਠੀਕ ਨਹੀਂ ਕਰ ਸਕਦਾ? ਮੈਂ ਕਾਫੀ ਕੁਝ ਸੁਣਿਆ ਹੈ ਸਿੱਖਾਂ ਬਾਰੇ, ਕੀ ਤੁਹਾਡਾ ਗੁਰੂ ਮੇਰੀ ਹੈਲਪ ਕਰੇਗਾ? ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇੱਕਦਮ ਝਟਕਾ ਜਿਹਾ ਲੱਗਿਆ ਤੇ ਮੈਂ ਅੰਦਰੋਂ ਅੰਦਰ ਹੀ ਸੋਚ ਰਿਹਾ ਸੀ ਕਿ ਉਸ ਦੇ ਲਈ ਮੈਂ ਕੀ ਕਰ ਸਕਦਾ ਹਾਂ, ਕਿਉਂਕਿ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਜਾਣਦਾ ਸੀ ਕਿ ਅਜਿਹਾ ਕੁਝ ਸਾਡੇ ਧਰਮ ਦੇ ਵਿੱਚ ਹੁੰਦਾ ਵੀ ਹੈ ਜਾਂ ਫਿਰ ਨਹੀਂ। ਉਸ ਵੇਲੇ ਸਮੋਲੀਆ ਤਾਂ ਉੱਥੋਂ ਚਲੀ ਗਈ ਤੇ ਮੈਂ ਆਪਣੀ ਸਮਝ ਮੁਤਾਬਕ ਅੰਬਾਲੇ ਦੇ ਬਾਜ਼ਾਰਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਗੁਟਕਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਲੱਭਣ ਲੱਗਿਆ। ਕਾਫੀ ਦੁਕਾਨਾਂ ਦੇ ਉੱਪਰ ਪੁੱਛਿਆ ਪਰ ਨਹੀਂ ਮਿਲਿਆ। ਇੱਕ ਦੁਕਾਨ ਦੇ ਉੱਤੇ ਖੜਾ ਮੈਂ ਪੁੱਛ ਹੀ ਰਿਹਾ ਸੀ ਕਿ ਇੱਕ ਔਰਤ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਕਾਫੀ ਦੂਸਰੀਆਂ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਲੱਭਦੇ ਦੇਖਿਆ ਹੈ। ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਮੇਰੇ ਘਰ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਗੁਟਕਾ ਪਿਆ ਹੋਇਆ ਹੈ। ਜੇਕਰ ਤੁਸੀਂ ਚਾਹੋ ਤਾਂ ਉਹ ਲੈ ਸਕਦੇ ਹੋ। ਹੁਣ ਮੈਨੂੰ ਇਹ ਯਕੀਨ ਹੋਣ ਲੱਗਿਆ ਸੀ ਕਿ ਗੁਰੂ ਸਾਹਿਬ ਵੀ ਉਸ ਲੜਕੀ ਦੀ ਮਦਦ ਕਰਨ ਦੇ ਲਈ ਤਿਆਰ ਹਨ, ਜੋ ਕਿ ਇਸ ਤਰ੍ਹਾਂ ਦੀ ਵਿਧ ਬਣਾ ਰਹੇ ਨੇ। ਉਸ ਔਰਤ ਪਾਸੋਂ ਮੈਂ ਗੁਟਕਾ ਲੈ ਕੇ ਅਗਲੇ ਦਿਨ ਦਫ਼ਤਰ ਗਿਆ ਅਤੇ ਸਮੋਲੀਆ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਅਤੇ ਉਸ ਨੂੰ ਗੁਟਕਾ ਸਾਹਿਬ ਦਿੰਦਿਆਂ ਹੋਇਆ ਕਿਹਾ ਕਿ ਇਹ ਸਾਡੇ ਗੁਰੂ ਦੀ ਬਾਣੀ ਹੈ, ਇਸ ਦਾ ਸਤਿਕਾਰ ਕਰੀ। ਇਸ ਦੀਆਂ 6 ਅਸ਼ਟਪਦੀਆਂ ਹਰ ਰੋਜ਼ ਕਰਿਆ ਕਰ ਅਤੇ ਐਤਵਾਰ ਨੂੰ ਦਿੱਲੀ ਬੰਗਲਾ ਸਾਹਿਬ ਜਾ ਕੇ ਇਸ਼ਨਾਨ ਕਰਨ ਤੋਂ ਬਾਅਦ ਅਰਦਾਸ ਕਰੀ ਤੇ ਬਾਕੀ ਪਰਮਾਤਮਾ ਦੇ ਉੱਤੇ ਛੱਡ ਦੇਵੀਂ। ਮੇਰੇ ਸਿਰਫ ਇੱਕੋ ਵਾਰ ਸਮਝਾਉਣ ਤੇ ਉਹ ਝੱਟ ਹੀ ਸਮਝ ਗਈ। ਅਗਲੇ ਦਿਨ ਮੈਂ ਤਾਂ ਕੰਪਨੀ ਦੇ ਕੰਮ ਵਾਸਤੇ ਅਮਰੀਕਾ ਚਲਿਆ ਗਿਆ ਅਤੇ ਬਾਅਦ ਦੇ ਵਿੱਚ ਕੀ ਹੋਇਆ ਮੈਂ ਕੁਝ ਵੀ ਨਹੀਂ ਜਾਣਦਾ। ਪੂਰੇ 3 ਮਹੀਨਿਆਂ ਬਾਅਦ ਮੈਂ ਭਾਰਤ ਵਾਪਸ ਆਇਆ ਅਤੇ ਦੁਬਾਰਾ ਦਫ਼ਤਰ ਗਿਆ। ਸਮੋਲੀਆ ਵਾਲੀ ਗੱਲ ਤਾਂ ਮੈਂ ਇੱਕਦਮ ਭੁੱਲ ਹੀ ਬੈਠਾ ਸੀ ਅਤੇ ਮੇਰੇ ਆਉਣ ਤੇ ਸਮੋਲੀਆ ਮੈਨੂੰ ਮਿਲਣ ਵਾਸਤੇ ਮੇਰੇ ਕਮਰੇ ਦੇ ਵਿੱਚ ਆਈ। ਮੈਂ ਉਸ ਵੇਲੇ ਹੈਰਾਨ ਹੋ ਗਿਆ ਕਿ ਉਸ ਦੇ ਚਿਹਰੇ ਅਤੇ ਗਰਦਨ ਦੇ ਉੱਤੇ ਫੁਲਵੈਰੀ ਦੇ ਸਿਰਫ ਇੱਕ ਨਿਸ਼ਾਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਅਤੇ ਉਸੇ ਹੈਰਾਨੀ ਦੇ ਵਿੱਚ ਉਸ ਨੂੰ ਮੈਂ ਪੁੱਛਿਆ ਕਿ ਇਹ ਕਿਵੇਂ ਹੋਇਆ ਤੇ ਇੰਨੀ ਜਲਦੀ ਕਿਵੇਂ ਹੋ ਗਿਆ। ਸਮੋਲੀਆ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਵੀ ਮੈਨੂੰ ਕਹਿ ਕੇ ਗਏ ਸੀ ਮੈਂ ਉਸੇ ਤਰ੍ਹਾਂ ਹੀ ਕੀਤਾ। ਤੁਹਾਡੇ ਬੰਗਲਾ ਸਾਹਿਬ ਵਾਲੇ ਗੁਰੂ ਨੇ ਮੈਨੂੰ ਬਿਲਕੁਲ ਠੀਕ ਕਰ ਦਿੱਤਾ। ਅਸਲ ਦੇ ਵਿੱਚ ਮੈਂ ਵੀ ਨਹੀਂ ਜਾਣਦਾ ਸੀ ਕਿ ਅਜਿਹਾ ਕੁਝ ਹੋਵੇਗਾ। ਮੈਨੂੰ ਤਾਂ ਇੰਜ ਲੱਗਿਆ ਸੀ ਕਿ ਉਸ ਦੇ ਕੋਲੋਂ ਤਾਂ ਪਾਠ ਵੀ ਨਹੀਂ ਹੋਣਾ। ਬਾਅਦ ਵਿੱਚ ਸਮੋਲੀਆ ਨੇ ਦੱਸਿਆ ਕਿ ਉਹ ਪਾਠ ਕਰਕੇ ਹਰ ਐਤਵਾਰ ਬੰਗਲਾ ਸਾਹਿਬ ਜਾਂਦੀ ਸੀ। ਇਸ਼ਨਾਨ ਕਰਨ ਤੋਂ ਬਾਅਦ ਕੀਰਤਨ ਸੁਣ ਕੇ ਉਹ ਲੰਗਰ ਦੀ ਸੇਵਾ ਕਰਕੇ ਘਰ ਆ ਜਾਂਦੀ ਸੀ ਤੇ ਬਾਅਦ ਦੇ ਵਿੱਚ ਉਹ ਅੰਮ੍ਰਿਤ ਜਲ ਆਪਣੇ ਘਰ ਲੈ ਆਈ, ਕਿਉਂਕਿ ਉਸਨੇ ਦੇਖਿਆ ਸੀ ਕਿ ਹੋਰ ਲੋਕ ਵੀ ਇੰਜ ਹੀ ਜਲ ਆਪਣੇ ਘਰ ਲੈ ਕੇ ਜਾਂਦੇ ਸੀ ਅਤੇ ਉਸਨੇ ਆਪਣੀ ਸਮਝ ਮੁਤਾਬਕ ਪਾਠ ਕਰਨ ਤੋਂ ਇਲਾਵਾ ਹਰ ਰੋਜ਼ ਸਵੇਰੇ ਅੰਮ੍ਰਿਤ ਦੇ ਨਾਲ ਆਪਣਾ ਮੂੰਹ ਧੋਣਾ ਸ਼ੁਰੂ ਕਰ ਦਿੱਤਾ ਅਤੇ ਉਸਨੇ ਇੱਕੋ ਹੀ ਗੱਲ ਕਹਿਣੀ ਕਿ ਹੇ ਬੰਗਲਾ ਸਾਹਿਬ ਵਾਲਿਆ, ਮੈਨੂੰ ਵੀ ਠੀਕ ਕਰ ਦੇ। ਬੰਗਲਾ ਸਾਹਿਬ ਵਾਲੇ ਗੁਰੂ ਉਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਹਿ ਰਹੀ ਸੀ। ਸ਼ਾਇਦ ਉਹ ਉਹਨਾਂ ਦਾ ਨਾਮ ਨਹੀਂ ਜਾਣਦੀ ਸੀ। ਬਾਅਦ ਦੇ ਵਿੱਚ ਉਸਨੇ ਦੱਸਿਆ ਕਿ ਮੇਰੀ ਬਿਮਾਰੀ ਕਿੱਥੇ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਡਾਕਟਰ ਵੀ ਮੇਰੇ ਕੋਲੋਂ ਬਿਮਾਰੀ ਠੀਕ ਹੋਣ ਦਾ ਕਾਰਨ ਪੁੱਛ ਰਹੇ ਸੀ।
ਇਸ ਗੱਲ ਤੋਂ ਬਾਅਦ ਇੱਕ ਗੱਲ ਤਾਂ ਇਹ ਸਾਬਿਤ ਹੋ ਗਈ ਕਿ ਦਿੱਲੀ ਦਾ ਦੁੱਖ ਉਸ ਵੇਲੇ ਹੀ ਨਹੀਂ ਦੂਰ ਕੀਤਾ ਗਿਆ। ਅੱਜ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸ਼ਬਦ ਰੂਪ ਦੇ ਵਿੱਚ ਵਰਤ ਕੇ ਸੰਗਤਾਂ ਦੇ ਦੁੱਖ ਦੂਰ ਕਰ ਰਹੇ ਨੇ। ਦੂਸਰੀ ਗੱਲ ਇਹ ਕਿ ਧਰਮ ਜਾਤ ਦੇਸ਼ ਭੇਸ ਦਾ ਕੋਈ ਮਤਲਬ ਨਹੀਂ, ਕਿਰਪਾ ਕਿਸੇ ਤੇ ਵੀ ਹੋ ਸਕਦੀ ਹੈ। ਤੇ ਤੀਸਰੀ ਗੱਲ ਇਹ ਕਿ ਸਮੋਲੀਆਂ ਨੇ ਵਿਸ਼ਵਾਸ ਕਰਕੇ ਅੰਮ੍ਰਿਤ ਦਾ ਪ੍ਰਯੋਗ ਕੀਤਾ ਤੇ ਬਾਣੀ ਪੜ੍ਹੀ ਅਤੇ ਉਸੇ ਵਿਸ਼ਵਾਸ ਦੇ ਨਾਲ ਹੀ ਉਸ ਦਾ ਰੋਗ ਕੱਟਿਆ ਗਿਆ। ਪਰ ਆਪਾਂ ਲੋਕ ਅੱਜ ਵੀ ਤਰਕਾਂ ਕਿਉਂ ਕਿਵੇਂ ਦੇ ਵਿੱਚ ਫਸੇ ਹੋਏ ਹਾਂ।